ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਜਾਗਤ ਜੋਤ ਦਾ ਪ੍ਰਕਾਸ਼ ਇਸ ਸਰੀਰ ਦੇ ਅੰਦਰ ਕਿਵੇਂ ਹੁੰਦਾ ਹੈ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਆਮ ਤੌਰ 'ਤੇ ਅਗਰ ਆਪਾਂ ਸਧਾਰਨ ਮਨੁੱਖਾਂ ਨੂੰ ਦੇਖ ਲਈਏ ਤੇ ਮਨੁੱਖ ਇਸ ਸੰਸਾਰ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ। ਭਾਵ ਕੀ ਆ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀ ਹੈ। ਜਿਹੜਾ ਵੀ ਆਇਆ ਉਹਨੇ ਇੱਕ ਨਾ ਇੱਕ ਦਿਨ ਖਤਮ ਹੋਣਾ। ਜਿਸ ਦਾ ਜਨਮ ਆ ਉਸ ਦੀ ਇੱਕ ਨਾ ਇੱਕ ਦਿਨ ਮੌਤ ਅਵਸ਼ ਹੈਗੀ ਆ। ਸੋ ਇਹ ਤਾਂ ਹੈਗੀ ਸੰਸਾਰ ਦੀ ਕਾਰ, ਸੰਸਾਰ ਦੀ ਰੀਤ, ਚਾਹੇ ਇਹਦੇ ਵਿੱਚ ਕੋਈ ਵੀ ਹੋਵੇ। ਪਰ ਅਗਰ ਆਪਾਂ ਮਹਾਂਪੁਰਖਾਂ ਦੀ ਗੱਲ ਕਰੀਏ ਤਾਂ ਗੁਰਬਾਣੀ ਕਹਿੰਦੀ ਆ ਕਿ ਜਨਮ ਮਰਨ ਦੋਹੂ ਮੇ ਨਾਹੀ, ਜਨ ਪਰ ਉਪਕਾਰੀ ਆਏ। ਹੁਣ ਦੇਖੋ, ਮਹਾਂਪੁਰਖਾਂ ਦਾ ਆਗਮ ਇਸ ਸੰਸਾਰ ਦੇ ਵਿੱਚ ਕਿਵੇਂ ਹੁੰਦਾ ਹੈ। ਮਹਾਂਪੁਰਖ ਦੱਸਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਸਰੀਰ ਹੈਗਾ ਇਨਸਾਨ ਦਾ, ਜਦ ਇਹ ਗਰਭ ਦੇ ਵਿੱਚ ਪੂਰਾ ਤਿਆਰ ਹੋ ਜਾਂਦਾ ਹੈ, ਉਸ ਤੋਂ ਬਾਅਦ ਇਸ ਸਰੀਰ ਦਾ ਜਨਮ ਹੁੰਦਾ ਹੈ। ਜਦ ਸਰੀਰ ਦਾ ਜਨਮ ਹੋ ਜਾਵੇ, ਸਰੀਰ ਦਾ ਜਨਮ ਹੋਣ ਤੋਂ ਬਾਅਦ ਫਿਰ ਜੋਤ ਜਿਹੜੀ ਹੈ ਇਸ ਸਰੀਰ ਦੇ ਵਿੱਚ ਦਾਖਲ ਹੁੰਦੀ ਆ। ਇੱਕ ਬਹੁਤ ਵੱਡੀ ਗੱਲ ਹੈਗੀ ਆ। ਇਸ ਤੋਂ ਪਤਾ ਲੱਗਦਾ ਹੈਗਾ ਕਿ ਸਰੀਰ ਜਿਹੜਾ ਜਨਮ ਹੋਇਆ ਇਸ ਜਟਲ ਅਗਨੀ ਦੇ ਵਿੱਚੋਂ, ਇਸ ਸਰੀਰ ਦੀ ਮੌਤ ਤਾਂ ਜ਼ਰੂਰ ਹੈ, ਲੇਕਿਨ ਜਿਹੜੀ ਜੋਤ ਇਸ ਸਰੀਰ ਦੇ ਜਨਮ ਲੈਣ ਤੋਂ ਬਾਅਦ ਇਹਦੇ ਵਿੱਚ ਇੰਟਰਫੇਅਰ ਹੋਈ ਆ, ਇਹਦੇ ਵਿੱਚ ਦਾਖਲ ਹੋਈ ਆ, ਉਸ ਦੀ ਮੌਤ ਨਹੀਂ ਆ। ਇਸ ਕਰਕੇ ਜਿਹੜੀ ਜੋਤ ਇਹਦੇ ਸਰੀਰ ਦੇ ਵਿੱਚ ਜਾਂਦੀ ਆ ਨਾ, ਉਸ ਜੋਤ ਨੂੰ ਸੰਤ ਆਖਦੇ ਆ। ਸੋ ਇਸੇ ਕਰਕੇ ਗੁਰਬਾਣੀ 'ਚ ਕਿਹਾ ਕਿ ਜਿਹੜੀ ਜੋਤ ਹੈ ਜਾਗਤ ਜੋਤ, ਕਿਉਂਕਿ ਪਰਮੇਸ਼ਰ ਜਿਹੜਾ ਹੈਗਾ ਉਹ ਜਨਮ ਮਰਨ ਤੋਂ ਰਹਿਤ ਇੱਕ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਹਸਤੀ ਹੈ। ਸੋ ਇਹ ਜਿਹੜੇ ਮਹਾਂਪੁਰਖ ਹੁੰਦੇ ਆ ਉਸੇ ਹੀ ਪਰਮੇਸ਼ਰ ਦਾ ਰੂਪ ਹੁੰਦੇ ਆ। ਸੋ ਇਸ ਕਰਕੇ ਜਦ ਇਹ ਜੋਤ ਸਰੀਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਤੇ ਫਿਰ ਇਹ ਮਹਾਂਪੁਰਖ ਵੀ ਉਸੇ ਹੀ ਜੋਤ ਕਰਕੇ ਗੁਰਬਾਣੀ ਆਖਦੀ ਹੈ ਕਿ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਆਉਂਦੇ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਕਿ ਜਨਮ ਮਰਨ ਦੋਹੂ ਮੇ ਨਾਹੀ, ਜਨ ਪਰਉਪਕਾਰੀ ਹੈ। ਕੇਵਲ ਤੇ ਕੇਵਲ ਸੰਸਾਰ ਦੇ ਪਰਉਪਕਾਰ ਕਰਨ ਵਾਸਤੇ ਕੁਛ ਟਾਈਮ ਇਸ ਸੰਸਾਰ ਦੇ ਵਿੱਚ ਆਉਂਦੇ ਆ। ਉਹ ਆਪਣਾ ਕਾਰਜ ਕਰਦੇ ਆ ਤੇ ਕਾਰਜ ਕਰਕੇ ਫਿਰ ਇਸ ਤਰ੍ਹਾਂ ਚਲੇ ਜਾਂਦੇ ਆ। ਦੇਖੋ, ਅਗਰ ਆਪਾਂ ਇਸ ਨੂੰ ਦੇਖੀਏ ਤਾਂ ਸਾਨੂੰ ਗੁਰਬਾਣੀ ਦੇ ਅੰਦਰ ਇੱਕ ਨੇਕਾਂ ਪ੍ਰਮਾਣ ਜਿਹੜੇ ਆ ਸਾਨੂੰ ਮਿਲ ਜਾਂਦੇ ਆ। ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਮਾਣ ਲੈ ਲਈਏ ਤੇ ਗੁਰਮਤਿ ਆਖਦੀ ਹੈ ਕਿ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਸੋ ਆਦ ਨਿਰੰਜਨ ਹੈ ਕੌਣ ਆ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਦਾ ਉਹਨਾਂ ਦਾ ਆਗਮ ਇਸ ਸੰਸਾਰ ਦੇ ਵਿੱਚ ਹੋਇਆ ਹੈ, ਸੋ ਉਹਨਾਂ ਦਾ ਜਿਹੜਾ ਆਗਮ ਆ ਆਉਣਾ, ਉਹ ਮਾਤਾ ਦੇ ਗਰਭ ਦੇ ਵਿੱਚ ਨਹੀਂ ਹੁੰਦਾ ਹੈਗਾ। ਮਾਤਾ ਦੇ ਗਰਭ ਦੇ ਅੰਦਰ ਕੇਵਲ ਤੇ ਕੇਵਲ ਸਰੀਰ ਦਾ ਕਲਬੂਤ ਤਿਆਰ ਹੁੰਦਾ ਹੈ। ਜਦੋਂ ਇਹ ਸਰੀਰ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ, ਸਰੀਰ ਦੇ ਜਨਮ ਲੈਣ ਤੋਂ ਬਾਅਦ ਫਿਰ ਜਿਹੜੀ ਜੋਤ ਹੈਗੀ ਆ ਇਹਦੇ ਵਿੱਚ ਇੰਟਰਫੇਅਰ ਕਰਦੀ ਆ। ਜਿਵੇਂ ਇੱਕ ਮਹਾਂਪੁਰਖਾਂ ਨੂੰ ਇੱਕ ਸੱਜਣ ਉਹ ਦੱਸਦੇ ਸੀਗੇ ਕਿ ਉਹਨਾਂ ਦੇ ਘਰ ਇੱਕ ਲੜਕਾ ਹੋਇਆ। ਜਦੋਂ ਲੜਕਾ ਹੋਇਆ ਤੇ ਲੜਕੇ ਦੇ ਜਨਮ ਤੋਂ ਬਾਅਦ ਕਹਿੰਦੇ ਲੜਕਾ ਜਿਹੜਾ ਸੀਗਾ ਉਹਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀਗਾ। ਪਰ ਜਿਸ ਤਰ੍ਹਾਂ ਕਹਿੰਦੇ ਅਸੀਂ ਉਸ ਨੂੰ ਹਿਲਾਈਏ ਉਸ ਤਰ੍ਹਾਂ ਥੋੜ੍ਹਾ ਹਿੱਲੇ, ਪਰ ਜ਼ਿਆਦਾ ਹਰਕਤ ਨਾ ਕਰੇ। ਪਰ ਅਖੀਰ ਕਹਿੰਦੇ ਅਸੀਂ ਕੀ ਦੇਖਿਆ ਕਿ ਥੋੜ੍ਹੇ ਟਾਈਮ ਬਾਅਦ ਇੱਕ ਜੋਤ ਜਿਹੜੀ ਸੀ ਉਹ ਕਹਿੰਦੇ ਉਸੇ ਕਮਰੇ ਵਿੱਚ ਆਈ। ਉਹ ਕਮਰੇ 'ਚ ਆ ਕੇ ਉਹਨੇ ਕਮਰੇ ਦੀ ਚਾਰੇ ਪਾਸੇ ਪਹਿਲਾਂ ਘੁੰਮ ਕੇ ਪਰਿਕਰਮਾ ਕੀਤੀ। ਉਸ ਤੋਂ ਬਾਅਦ ਕਹਿੰਦੇ ਸਾਡਾ ਜਿਹੜਾ ਬੱਚਾ ਸੀਗਾ, ਬੱਚੇ ਦੀ ਛਾਤੀ 'ਤੇ ਆ ਕੇ ਜੋਤ ਜਿਹੜੀ ਸੀ ਉਹ ਕੁਛ ਟਾਈਮ ਖੜ੍ਹ ਗਈ। ਉਸ ਤੋਂ ਬਾਅਦ ਫਿਰ ਉਹ ਥੱਲੇ ਛਾਤੀ ਦੇ ਅੰਦਰ ਉਤਰ ਗਈ ਤੇ ਉਤਰਦੇ ਸਾਰੀ ਜੋਤ ਜਿਹੜੀ ਅਲੋਪ ਹੋ ਗਈ। ਫਿਰ ਉਹ ਜਿਹੜਾ ਬੱਚਾ ਸੀਗਾ ਫਿਰ ਕਹਿੰਦੇ ਉਹ ਪੂਰੀ ਸੁਰਤ ਵਿੱਚ ਆ ਗਿਆ ਸੀਗਾ। ਸੋ ਉੱਪਰਵਾਰ ਦੱਸਦਾ ਸੀਗਾ ਮਹਾਂਪੁਰਖਾਂ ਨੂੰ ਕਿ ਅਸੀਂ ਸੁਣਿਆ ਸੀਗਾ ਕਿ ਇਸ ਤਰ੍ਹਾਂ ਹੁੰਦੀ ਆ, ਪਰ ਅਸੀਂ ਅੱਖੀਂ ਨਹੀਂ ਸੀ ਦੇਖਿਆ। ਪਰ ਜਦੋਂ ਇਹ ਘਟਨਾ ਸਾਡੇ ਅੱਖੀਂ ਹੋਈ ਸੀ ਫਿਰ ਅਸੀਂ ਹੈਰਾਨ ਹੋਏ ਸੀ। ਫਿਰ ਸਾਨੂੰ ਪਤਾ ਲੱਗਾ ਸੀਗਾ ਕਿ ਗੁਰਬਾਣੀ ਦੇ ਵਿੱਚ ਇਸੇ ਕਰਕੇ ਆਖਿਆ ਹੈਗਾ ਕਿ ਜੋਤ ਉਹਾਂ ਜੁਗਤ ਸਾਈ ਸਹਿਕਾਇਆ ਫਿਰ ਪਲਟੀਏ, ਕਿ ਜੋਤ ਵੀ ਉਹੀ ਆ ਪਰਮੇਸ਼ਰ ਦੀ ਤੇ ਜੁਗਤੀ ਵੀ ਪਰਮੇਸ਼ਰ ਵਾਲੀ ਆ। ਸਿਰਫ ਸਰੀਰ ਦੀ ਕਾਇਆ ਦੇ ਵਿੱਚ ਜੋਤ ਇੰਟਰਫੇਅਰ ਕਰਦੀ ਆ, ਕਾਇਆ ਦੇ ਵਿੱਚ ਜੋਤ ਦਾ ਪ੍ਰਵੇਸ਼ ਹੁੰਦਾ ਹੈਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੋਇਆ, ਮਨਾਉਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ,
लेकिन जो धन गुरु नानक साहब का प्रकाश होया, प्रकाश होने तो बाद तो जी दौलत अदाई से उन्हें देखा अपने जीवन दे विच कि मैं एक नहीं अनेकां जिहड़े बच्चे आ अपने हत्थीं जिहड़े है वो इस संसार दे विच एक कारज कीते है सारे डिलीवरी वाले, पर इहो जिहा बच्चा कहंदे मैं देखा नहीं है। क्यों? जदों धन गुरु नानक साहब महाराज का प्रकाश होया सी उस टाइम एक दिव्य सुगंधी जिहड़ी सीगी उस ही कमरे दे विच प्रगट हो गई सी। इस दिव्य सुगंधी दे अंदर एक बड़ा भारी चानण धन गुरु नानक साहब महाराज दे चेहरे उत्ते आया सीगा। सो उस टाइम जिहड़े संसारी आम करके बच्चे हुंदे आ वो बच्चे जिहड़े आ इस संसार दे विच आके रोंदे आ। क्यों? क्योंकि उन्हां नूं माया दा इधर सेक लगदा है, पर गर्भ दे अंदर वो केवल ते केवल सिमरन करदे परमेश्वर दा, इस करके वो गर्भ दे विच नहीं रोंदे। लेकिन गर्भ तो जद बाहर आ जांदे फिर माया दा सेक लगदा, फिर वो रोंदे आ इस चीज़ तो। क्यों? उस सिमरन तो टुट जांदे आ। पर धन गुरु नानक साहब महाराज जिहड़े वो सब तो पहला फिर दौलत अदाई दे दस्सण सार के गुरु नानक साहब महाराज जिहड़े सी वो मुस्कराए सी। सो देखो गुरु नानक साहब महाराज मुस्कराए आ ते एक दिव्य सुगंधी एक बड़ा भारी चानण हैगा जिहड़ा दौलत अदाई ने तकिया सीगा। ते इहो ही जिहड़ी सुगंधी सी कई दिन माता तृप्ता जी ने भी माणी सी। ते माता तृप्ता जी ने सुपने विच एक नहीं 33 करोड़ देवी देवता ये अपने धन गुरु नानक साहब महाराज दे उपर फुल्लां दी वर्खा करदा भी सुपने विच तकिया सीगा। पर वो हैरान सीगी भी ये किवें हो रहा सारा। पर जदों अख खुली आ जद सुपना वो देखिया सीगा ते सुपना जिहड़ा अलोप हो गया सी। पर मंजे दे उत्ते जिहड़ियां दिव्य सुगंधियां फुल्लां दी वर्खा दियां इस आले दुआले कमरे दे विच फैलियां होईयां सी, उसे तरह कई दिन महकदियां रहियां सी। सो कहण तो भाव इह आ कि जोत इस कलबूत तो बाद जिहड़ी है वो शरीर दे विच एंटर करदी है। इस तरह असीं देखदे जिन्ने भी है ना संत महापुरख होया, चाहे संत बाबा अतर सिंह जी मस्तूआणे वाले, चाहे संत बाबा नंद सिंह जी, चाहे संत बाबा ईश्वर सिंह जी, जिन्ने भी संत होए आ ये संतां दा जिहड़ा जन्म है वो आम मनुक्खां वाला जन्म नहीं है। क्योंकि पहला कलबूत तैयार हुंदा है जोत उस तो बाद दे विच प्रकाश हुंदी है। इसे करके इन्हां महापुरखां नूं असीं दरगाही संत आखदे आ, क्योंकि ये जोत दरगाह दे विच आउंदी है ते फिर इस शरीर दे विच जन्म लैण तो बाद प्रवेश करदी आ। और खास करके एक सब तो वड्डी जिहड़ी इन्हां दी निशानी इहो ਜਿਹੇ ਜਿਹੜੇ नव बच्चे हुंदे आ ਜਿਹੜੇ ਵੱਡੇ हो के अपने किसी खास कारज ਦੇ ਵਿੱਚ जद ਸਮਾਂ ਆਉਂਦਾ ਤੇ ਸੰਤ ਰੂਪ ਦੇ ਵਿੱਚ ਪ੍ਰਗਟ ਹੁੰਦੇ ਆ। ਲੇਕਿਨ ਬਚਪਨ ਵਿੱਚ ਇਹਨਾਂ ਦੇ ਜਨਮ ਦੇ ਨਾਲ ਹੀ ਇਹਨਾਂ ਦੀ ਰਾਖੀ ਦੇ ਵਾਸਤੇ ਸ਼ਹੀਦੀ ਫੌਜਾਂ ਹਮੇਸ਼ਾ ਪਹਿਰੇ ਵਿੱਚ ਰਹਿੰਦੀਆਂ ਹੈ। ਆਪਾਂ ਇੱਕ ਨਹੀਂ ਬਹੁਤ ਸਾਰੇ ਮਹਾਂਪੁਰਖਾਂ ਦੇ ਜੀਵਨ ਦੇ ਉੱਪਰ ਆਪਾਂ ਅਗਰ ਦੇਖੀਏ तो सानू पता लगता जिमें संत बाबा नंद सिंह जी जद इन्हां दा जन्म होया सी इन्हां दा शरीर कमज़ोर सी। पर एक बार दसदे आ कि जद स्कूल दे विच लोदे लाउण वाली डॉक्टरां दी एक टीम आई सी ते उन्हां ने इस बच्चे ते लोदा लाउणा चाहिया सी। पर जो ही डॉक्टर जिहड़ी सी इन्हां दे बांह दे उत्ते जिहड़ा इंजैक्शन सीगा वो अगे नूं कीता ते किसी गुप्त शक्ति ने डॉक्टर दी बांह फड़ लई सी। पर डॉक्टर नूं क्योंकि इन्हां गल्लां बारे पता नहीं सी उन्हें अपना जोर लाया, पर वो हैरान सीगा कि मेरी जिहड़ी बांह है हिलदी क्यों नहीं हैगी। पर अखीर दे विच जदों जोर ला के हट गया, पर जद दोबारा जिहड़ा सीगा फिर टीका इंजैक्शन लाउण लगा सीगा, फिर भाई उस नूं किसी गुप्त शक्ति ने डॉक्टर नूं धक्का दिता सी ते डॉक्टर सोनी कुर्सी दूर जाके डिग्या सीगा। जदों डिग्या सी जो ही डॉक्टर डिग्या तो डॉक्टर जिहड़ा सीगा डिगदे सारी हैरान हो गया कि मैनूं एडा भारी धक्का किहने दिता। पर नाल ही शहीद सिंघां ने फिर डॉक्टर नूं दिखाई दित्ती सी। फिर आख्या सीगा कि तुसीं इस दे टीका लाउणा चाहुंदे हो, ये टीके वाला बच्चा सधारण नहीं है, ये तो वो महापुरख आ जिहदे अंदर करोड़ां ब्रह्मंडां दी जोत जिहड़ी आ बिल्कुल सूक्ष्म रूप धार के शरीर दे विच एंटर होई आ। अगर आपां कलगीधर महाराज दे प्रकाश की गल करिए तो जदों कलगीधर महाराज दा प्रकाश पटने शहर दे विच होया सी ते उस टाइम जिहड़ा मुसलमान सीगा सैयद भीखम शाह इस नूं है ना रात नूं ज्ञान होया सीगा कि पूरब दे पासे बहुत सारा भारी प्रकाश होया है। हुण जिहड़ा भारी प्रकाश है, प्रकाश दी जिहड़ी जोत हैगी ये तो करोड़ां सूरजां तो भी ज़्यादा हैगी आ। तो वाहिगुरू दी जिहड़ी निरंजनी जोत है उसका तो कोई अंत नहीं आ। पर एडी भारी जोत एक छोटे जिहे शरीर दे विच दाखल नहीं हो सकती। बिल्कुल ये जिहड़ा प्रकाश है बिल्कुल सूक्ष्म रूप धार के फिर इस शरीर दे विच एंटर हुंदा है। उस तो बाद फिर सानूं पता लगता है कि जन्म मरण दोहों में नहीं, इहदा अर्थ की है। ਇਹਦਾ अर्थ फिर इस तरह जिहड़ा हैगा वो महापुरख दसदे आ कि कलबूत पहला तैयार हुंदा है तो जोत बाद दे विच एंटर हुंदी आ। जिवें सैयद भीखम शाह नूं फिर पता लगा सका कि पूरब दे पासे बड़ा भारी प्रकाश है। पर फिर उन्हें ध्यान दे विच गल तक लई सी
कि इस ਜਿਹੜੀ ਜੋਤ ਇਸ ਸਰੀਰ ਦੇ ਵਿੱਚ ਦਾਖਲ ਹੋਈ ਆ, ਇਹ ਜੋਤ ਦੇਖਦੇ ਕਿ ਕਿਸ ਦਾ ਪੱਖ ਰੱਖਦੀ ਆ। ਫਿਰ ਉਹ 2 ਕੁੱਜੀਆਂ ਲੈ ਕੇ ਗਿਆ ਸੀ, ਇੱਕ ਹਿੰਦੂਆਂ ਦੇ ਵਾਸਤੇ, ਇੱਕ ਜਿਹੜੀ ਕੁੱਜੀ ਸੀ ਮੁਸਲਮਾਨਾਂ ਵਾਸਤੇ। ਇੱਕ 'ਚ ਦੁੱਧ ਸੀ, ਇੱਕ 'ਚ ਪਾਣੀ ਸੀ। ਪਰ ਦੇਖੋ ਜਦ 7 ਦਿਨਾਂ ਬਾਅਦ ਉੱਥੇ ਪਟਨੇ ਸਾਹਿਬ ਪਹੁੰਚਿਆ ਸੀਗਾ ਅਤੇ ਜਦ ਕਲਗੀਧਰ ਮਹਾਰਾਜ ਦੇ ਬਾਲ ਰੂਪ ਦੇ ਵਿੱਚ ਦਰਸ਼ਨ ਕੀਤੇ ਸੀ ਅਤੇ ਮਹਾਰਾਜ ਨੇ 2 ਕੁੱਜੀਆਂ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ ਸੀ ਅਤੇ ਭੀਖਮ ਸ਼ਾਹ ਦੀ ਇਹ ਤਸੱਲੀ ਸੰਕੇਤ ਨਾ ਕਰ ਦਿੱਤੀ ਸੀ ਕਿ ਨਾ ਅਸੀਂ ਮੁਸਲਮਾਨਾਂ ਦੇ ਪੱਖ 'ਚ ਆ, ਨਾ ਹਿੰਦੂਆਂ ਦੇ ਆ, ਅਸੀਂ ਸਭ ਦੇ ਸਾਂਝੇ ਹਾਂ। ਅਤੇ ਉਹ ਜਿਹੜੀਆਂ ਕੁੱਜੀਆਂ ਸੀ ਦੋਨੇ ਥੱਲੇ ਉਲਟਾਤੀਆਂ ਸੀ, ਡੋਲਤੀਆਂ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹ ਸਾਰੇ ਪਰਮੇਸ਼ਰ ਦੇ ਸਰੀਰ ਆ, ਸਾਰੇ ਉਸ ਵਾਹਿਗੁਰੂ ਦੀ ਖਲਕਤ ਹੈਗੀ ਆ। ਇਸੇ ਕਰਕੇ ਸਾਨੂੰ ਕਲਗੀਧਰ ਮਹਾਰਾਜ ਨੇ ਜਿਹੜਾ ਹੈ ਇਹ ਦੱਸਿਆ ਹੈ ਕਿ ਕਉ ਭਇਓ ਮੁੰਡੀਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ, ਕਉ ਜਤੀ ਅਨਮਾਨ ਬੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਕੇ ਪਹਿਚਾਣ ਬੋ। ਕਿ ਸਾਰਿਆਂ ਦੇ ਵਿੱਚ ਜਿਹੜੀ ਹੈ ਨਾ ਉਹ ਪਰਮੇਸ਼ਰ ਦੀ ਹੀ ਜਿਹੜੀ ਜੋਤ ਹੈਗੀ ਆ। ਹਾਂ, ਇਹ ਗੱਲ ਠੀਕ ਹੈ ਕਿ ਜਿਹੜੀ ਸਧਾਰਨ ਮਨੁੱਖਾਂ ਦੇ ਅੰਦਰ ਸਰੀਰ ਦੇ ਅੰਦਰ ਜੋਤ ਜਾਂ ਆਤਮਾ ਹੁੰਦੀ ਆ ਨਾ, ਇਹ ਆਤਮਾ ਜਿਹੜੀ ਹੈਗੀ ਆ ਇਹ ਮਲੀਨ ਆਤਮਾ ਹੁੰਦੀ। ਜਿਹੜੀ ਮਲੀਨ ਆਤਮਾ ਹੈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਰਹਿੰਦੀ ਆ, ਕਿਉਂਕਿ ਜਿਹੜੀ ਮਲੀਨ ਆਤਮਾ ਹੈਗੀ ਆ ਉਹ ਵਾਸ਼ਨਾਵਾਂ ਦੇ ਨਾਲ ਬੱਝ ਜਾਂਦੀ ਹੈਗੀ ਆ। ਇਸ ਕਰਕੇ ਇਸ ਮਲੀਨ ਆਤਮਾ ਨੂੰ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਸਾਫ਼ ਨਹੀਂ ਕਰ ਸਕਦੇ। ਕਿਉਂਕਿ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਕਰਕੇ ਇਹ ਜਿਹੜੀ ਆਤਮਾ ਹੈਗੀ ਹੈ ਪਰਮਾਤਮਾ ਦੀ ਹੀ ਜੋਤ ਦਾ ਰੂਪ ਹੈਗੀ ਆ। ਜਿਹੜੀ ਆਤਮਾ ਉੱਤੇ ਮੈਲ ਲੱਗੀ ਹੋਈ ਆ ਕਈਆਂ ਜਨਮਾਂ ਜਮੰਤਰਾਂ ਦੀ, ਸੋ ਇਸ ਮੈਲ ਨੂੰ ਹੋਰ ਕੋਈ ਤਰੀਕੇ ਦੇ ਨਾਲ ਧੋਇਆ ਨਹੀਂ ਜਾ ਸਕਦਾ। ਕੇਵਲ ਜੋਤ ਨੂੰ ਸਾਫ਼ ਕਰਨ ਵਾਸਤੇ ਸਾਨੂੰ ਜੋਤ ਦੀ ਜ਼ਰੂਰਤ ਪੈਂਦੀ ਹੈ। ਸੋ ਇਸੇ ਕਰਕੇ ਮਹਾਂਪੁਰਖ ਆਖਦੇ ਜਿਹੜੇ ਗੁਰਬਾਣੀ ਹੈ ਨਾ, ਗੁਰਬਾਣੀ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵ ਡਬਰ ਨਾ ਕੋਈ। ਸੋ ਬਾਣੀ ਵੀ ਜਿਹੜੀ ਆ ਇਹ ਜੋਤ ਸਰੂਪ ਹੈਗੀ ਆ। ਸੋ ਗੁਰਬਾਣੀ ਜੋਤ ਸਰੂਪ ਹੋਣ ਕਰਕੇ ਇਸ ਮੈਲ ਨੂੰ ਧੋਂਦੀ ਆ, ਇਸ ਤਰ੍ਹਾਂ ਧੋਂਦੀ ਆ ਕਿ ਜਿਵੇਂ ਅਸੀਂ ਕੱਪੜੇ ਜਿਹੜੇ ਮੈਲੇ ਆ ਨਾ ਸਾਬਣ ਦੇ ਨਾਲ ਧੋਂਦੇ ਹਾਂ। ਅਤੇ ਜਦੋਂ ਫਿਰ ਜੋਤ ਨੂੰ ਸਾਫ਼ ਕਰਦੀ ਹੈ, ਜਦੋਂ ਇਹ ਜਿਹੜੀ ਆ ਮੈਲ ਪੂਰੀ ਤਰ੍ਹਾਂ ਉਤਰ ਜਾਂਦੀ ਆ, ਆਤਮਾ ਚਮਕ ਜਾਂਦੀ ਆ, ਅਤੇ ਆਤਮਾ ਦੇ ਅੰਦਰ ਫਿਰ ਪਰਮਾਤਮਾ ਦੀ ਜਿਹੜੀ ਜੋਤ ਹੈਗੀ ਆ ਉਹ ਫਿਰ ਦਿਖਾਈ ਦਿੰਦੀ ਆ। ਲੇਕਿਨ ਇਹ ਚੀਜ਼ਾਂ ਨਾ ਭਜਨ ਦੇ ਵਿੱਚ ਖੁੱਲ੍ਹਦੀਆਂ ਹੈ, ਜਿਸ ਨੂੰ ਮਹਾਂਪੁਰਖ ਇਸ ਗੱਲ ਨੂੰ ਜਿਹੜਾ ਹੈ ਬੜਾ ਖੋਲ੍ਹਦੇ ਆ ਕਿ ਜਦੋਂ ਸਿਮਰਨ ਅਭਿਆਸ ਕਰਦਾ ਪੂਰੀ ਜਿਹੜੀ ਮੈਲ ਹੈਗੀ ਆ ਆਪਣੀ ਆਤਮਾ ਤੋਂ ਲਾਹ ਸੁੱਟਦਾ ਹੈ, ਆਤਮਾ ਬਿਲਕੁਲ ਸਾਫ਼ ਹੋ ਜਾਂਦੀ ਆ। ਫਿਰ ਆਤਮਾ ਵਿੱਚ ਉਸ ਪਰਮਾਤਮਾ ਦੇ ਜਦ ਦਰਸ਼ਨ ਕਰਦਾ ਹੈ ਅਤੇ ਇਸ ਚੀਜ਼ ਨੂੰ ਨਿਹਾਲ ਆਖਦੇ ਆ। ਸੋ ਇਹ ਜਿਹੜੀ ਚੀਜ਼ ਨਿਹਾਲ ਵਾ ਇਹ ਸਭ ਤੋਂ ਸ੍ਰੇਸ਼ਟ ਉਸ ਦਰਸ਼ਨਾਂ ਦੀ ਆ, ਜਿਸ ਨੂੰ ਗੁਰਬਾਣੀ ਨੇ ਆਖਿਆ ਹੈ ਕਿ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਸੋ ਇਹ ਜੋਤ ਦੇ ਦਰਸ਼ਨ ਫਿਰ ਆਤਮਾ ਕਰਦੀ ਆ। ਲੇਕਿਨ ਆਤਮਾ ਜਿਹੜੀ ਉਹ ਆਪਣੇ ਆਪ ਦੇ ਜਿਹੜੀ ਹੈ ਉਸ ਨੂੰ ਨਹੀਂ ਦੇਖਦੀ, ਉਹ ਕੇਵਲ ਅਤੇ ਕੇਵਲ ਪਰਮਾਤਮਾ ਨੂੰ ਹੀ ਮਾਣਦੀ ਆ। ਜਿਵੇਂ ਅਸੀਂ ਫੁੱਲ ਹੈ, ਫੁੱਲ ਦੀਆਂ ਪੱਤੀਆਂ ਨੂੰ ਦੇਖਦੇ ਹਾਂ, ਸਾਰਾ ਕੁਛ ਫੁੱਲ ਦੇ ਜਿਹੜੇ ਬਾਹਰਲੀ ਬਣਤਰ ਹੈ ਉਸ ਨੂੰ ਧਿਆਨ ਨਾਲ ਦੇਖਦੇ ਹਾਂ, ਪਰ ਅਸਲ ਦੇ ਵਿੱਚ ਫੁੱਲ ਦੀ ਬਣਤਰ ਉਸ ਦੀ ਸੁਗੰਧੀ ਕਰਕੇ ਹੁੰਦੀ ਆ। ਕਿਉਂਕਿ ਫੁੱਲ ਦੇ ਅੰਦਰ ਜਿਹੜੀ ਸੁਗੰਧੀ ਹੈਗੀ ਆ ਉਹ ਨਿਰਗੁਣ ਰੂਪ ਹੈ ਫੁੱਲ ਦਾ, ਕੋਈ ਸੁਗੰਧੀ ਦਾ ਕੋਈ ਰੂਪ ਰੰਗ ਰੇਖ ਨਹੀਂ, ਲੇਕਿਨ ਮਾਣੀ ਜਾ ਸਕਦੀ ਆ। ਇਸ ਕਰਕੇ ਇਸੇ ਤਰ੍ਹਾਂ ਸਾਡੀ ਆਤਮਾ ਦੇ ਅੰਦਰ ਪਰਮਾਤਮਾ ਜਿਹੜਾ ਬੈਠਾ ਹੈ ਉਸ ਦਾ ਕੋਈ ਰੂਪ ਰੰਗ ਰੇਖ ਨਹੀਂ ਹੈ, ਲੇਕਿਨ ਉਸ ਪਰਮਾਤਮਾ ਨੂੰ ਮਾਣਿਆ ਜਾ ਸਕਦਾ ਹੈ। ਅਤੇ ਮਾਣਨ ਦੇ 3 ਲੱਛਣ ਜਿਹੜੇ ਉਹ ਜ਼ਾਹਰ ਹੁੰਦੇ ਆ। ਇੱਕ ਤਾਂ ਹੈ ਉਹ ਸੱਤ, ਦੂਸਰਾ ਚਿੱਤ, ਤੀਸਰਾ ਆਨੰਦ। ਫਿਰ ਸਾਨੂੰ ਪਤਾ ਲੱਗਦਾ ਕਿ ਜਿਹੜਾ ਪਰਮਾਤਮਾ ਨਾ ਉਹ ਸੱਤ ਚਿੱਤ ਆਨੰਦ ਹੈ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਇਹ ਜੋਤ ਅਗਰ ਅਸੀਂ ਗੁਰੂਆਂ ਸਾਹਿਬਾਂ ਦੇ ਵਿੱਚ ਦੇਖੀਏ ਅਤੇ ਵੀ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਮਹਾਰਾਜ ਤੱਕ ਇਹ ਜੋਤ ਜਦ ਕਿਸੇ ਵੀ ਗੁਰੂ ਸਾਹਿਬਾਨ ਦੇ ਅੰਦਰ ਜਦੋਂ ਉਹ ਪਰਖ ਦੇ ਵਿੱਚ ਪੂਰੇ ਉਤਰੇ, ਸੇਵਾ ਦੇ ਵਿੱਚ ਪੂਰੇ ਹੋਏ ਆ, ਫਿਰ ਜੋਤ ਜਿਹੜੀ ਸੀ ਉਹਨਾਂ ਦੇ ਸਰੀਰ ਦੇ ਵਿੱਚ ਦਾਖਲ ਹੋਈ ਆ। ਜਦ ਜਿਹੜੀ ਜੋਤ ਹੈ ਉਹਨਾਂ ਦੇ ਸਰੀਰ ਜਾਂ ਆਤਮਾ ਦੇ ਵਿੱਚ ਦਾਖਲ ਹੋਈ ਹੈ ਤਾਂ ਫਿਰ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਜੋਤ ਉਹਾਂ ਜੁਗਤ ਸਹਿ ਕਾਇਆ ਫਿਰ ਪਲਟੀਏ। ਕੇਵਲ ਸਰੀਰ ਦੀ ਤਬਦੀਲੀ ਹੈ, ਜੋਤ ਦੀ ਤਬਦੀਲੀ ਨਹੀਂ ਹੈਗੀ। ਇਸੇ ਤਰ੍ਹਾਂ ਸਾਨੂੰ ਗੁਰਬਾਣੀ ਤੋਂ ਜਿਹੜਾ ਹੈ ਇਸ ਭਾਵ ਦਾ ਪਤਾ ਲੱਗਦਾ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਜਿਵੇਂ ਸੂਰਜ ਦੇ ਕਿਰਨ ਦਾ ਆਪਸ ਵਿੱਚ ਮਿਲਾਪ ਹੋ ਜਾਂਦਾ, ਇਸ ਤਰ੍ਹਾਂ ਆਤਮਾ ਅਤੇ ਪਰਮਾਤਮਾ ਦਾ ਆਪਸ ਵਿੱਚ ਰਿਸ਼ਤਾ ਜੁੜ ਜਾਂਦਾ। ਅਤੇ ਬਾਣੀ ਕਹਿੰਦੀ ਹੈ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ।
ਇਸੇ ਕਰਕੇ ਜਿਹੜੀ ਜੋਤੀ ਹੈ ਸਰੀਰ ਦੇ ਵਿੱਚ ਪਹਿਲਾਂ ਆਈ ਆ, ਉਹ ਫਿਰ ਪਰਮਾਤਮਾ ਦੀ ਜੋਤ ਦੇ ਵਿੱਚ ਰਲ ਜਾਂਦੀ ਆ। ਕਿਉਂ ਹੈ ਤਾਂ ਇੱਕੋ ਹੀ ਚੀਜ਼ ਹੈ, ਲੇਕਿਨ ਇਹ ਜਿਹੜੀ ਜੋਤੀ ਹੈ ਜਦ ਸਰੀਰ ਦੇ ਵਿੱਚ ਦਾਖਲ ਹੁੰਦੀ ਆ, ਸਭ ਤੋਂ ਪਹਿਲਾਂ ਜਦ ਬੱਚੇ ਦਾ ਜਨਮ ਹੁੰਦਾ ਹੈ, ਸੋ ਉਸ ਟਾਈਮ ਇਹ ਬਿਲਕੁਲ ਸੂਖਮ ਰੂਪ ਧਾਰਨ ਕਰਕੇ ਹੁੰਦੀ ਹੈ, ਕੇਵਲ ਤੇ ਕੇਵਲ ਜੋਤੀ ਦਾ ਰੂਪ ਬਣੀ ਧਾਰਨ ਕਰਕੇ ਬੈਠੀ ਰਹਿੰਦੀ ਅੰਦਰ। ਪਰ ਜਦੋਂ ਪਰਮਾਤਮਾ ਜਿਹੜਾ ਜੋਤ ਸਰੂਪ ਹੈ, ਲੇਕਿਨ ਉਹ ਸਾਰਿਆਂ ਵਿੱਚ ਹੈ ਤਾਂ ਸਾਰਿਆਂ ਤੋਂ ਅਲੱਗ ਵੀ ਹੈ, ਇਸ ਕਰਕੇ ਵਾਹਿਗੁਰੂ ਕੇਵਲ ਤੇ ਕੇਵਲ ਜੋਤ ਹੈ। ਉਹ ਜਿਹੜੀ ਜਾਗਤ ਜੋਤ ਹੈ ਜਦ ਇਸ ਜੋਤੀ ਦੇ ਨਾਲ ਜੁੜਦੀ ਆ ਤਾਂ ਫਿਰ ਕਹਿੰਦੇ ਇਹ ਜਿਹੜਾ ਸਰੀਰ ਦਾ ਕਲਬੂਤ ਹੈ ਇਹ ਸੰਪੂਰਨ ਹੋ ਜਾਂਦਾ, ਜਿਸ ਨੂੰ ਅਸੀਂ ਸਰਗੁਣ ਰੂਪ ਪਰਮੇਸ਼ਰ ਦਾ ਆਖਦੇ ਹਾਂ। ਅਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਸਰਗੁਣ ਨਿਰਗੁਣ ਨਿਰੰਕਾਰ, ਜਿਹਦਾ ਆਕਾਰ ਕੋਈ ਨਹੀਂ, ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਪ੍ਰਜਾਪ। ਸੋ ਇਸ ਦਾ ਭਾਵ ਸਿੱਧਾ ਜਿਹੜਾ ਹੈ ਸਾਡੇ ਸਮਝ ਵਿੱਚ ਇਹ ਆਉਂਦਾ ਹੈ ਕਿ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦਾ ਜਨਮ ਨਹੀਂ ਹੁੰਦਾ, ਜਿਸ ਚੀਜ਼ ਦਾ ਜਨਮ ਨਹੀਂ ਹੁੰਦਾ ਉਹਨਾਂ ਦੀ ਮੌਤ ਨਹੀਂ ਹੁੰਦੀ। ਸੋ ਜਿਹੜੇ ਮਹਾਂਪੁਰਖ ਹੁੰਦੇ ਆ, ਵਾਹਿਗੁਰੂ ਜਿਵੇਂ ਸਦਾ ਸਦਾ ਹੈ, ਇਸ ਤਰ੍ਹਾਂ ਜਿਹੜੇ ਇਹ ਰੱਬ ਦੇ ਪਿਆਰੇ ਆ ਇਹ ਵੀ ਸਦਾ ਹੀ ਸਦਾ ਹੁੰਦੇ ਆ। ਉਸੇ ਹੀ ਪਰਮਾਤਮਾ ਦਾ ਹੀ ਗੁਣਾਂ ਦਾ ਜਿਹੜਾ ਭੰਡਾਰ ਹੈ, ਉਸ ਦਾ ਸੂਖਮ ਰੂਪ ਪਰਮਾਤਮਾ ਦੇ ਭਗਤ ਪਿਆਰੇ ਹੁੰਦੇ ਆ। ਪਰਮਾਤਮਾ ਜਿਹੜਾ ਹੈ ਉਹ ਵੱਡਾ ਸਰੂਪ ਹੈ, ਵਿਸ਼ਾਲ ਹੈ। ਪਰਮਾਤਮਾ ਦੇ ਗੁਣ ਜਿਹੜੇ ਹੈ ਕਰੋੜਾਂ ਸਮੁੰਦਰ ਵਾਂਗ ਹੈ, ਲੇਕਿਨ ਮਹਾਂਪੁਰਖਾਂ ਦੇ ਅੰਦਰ ਹੈ ਤਾਂ ਪਰਮਾਤਮਾ ਦੇ ਸਾਰੇ ਗੁਣ ਮੌਜੂਦ ਹੈ। ਜਿਵੇਂ ਗੁਰਬਾਣੀ ਨੇ ਆਖਿਆ ਕਿ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ, ਵਿਚਾਰ ਹੋਏ ਕੋਈ ਬਾਕੀ ਵੱਜਦੀ ਨਹੀਂ। ਜਿਵੇਂ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਏ, ਪਰ ਗੱਲ ਇੰਨੀ ਹੈ ਕਿ ਜਿਹੜਾ ਵਾਹਿਗੁਰੂ ਆ ਸਮੁੰਦਰ ਦੀ ਤਰ੍ਹਾਂ ਹੈ, ਅਤੇ ਜਿਹੜੇ ਮਹਾਂਪੁਰਖ ਹੁੰਦੇ ਆ ਉਹ ਬੂੰਦ ਦੀ ਤਰ੍ਹਾਂ ਹੁੰਦੇ। ਜਿਵੇਂ ਬੂੰਦ ਦਾ ਜਲ ਅਤੇ ਸਮੁੰਦਰ ਦੇ ਜਲ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ, ਅਤੇ ਪਰ ਜਦ ਬੂੰਦ ਜਿਹੜੀ ਆ ਸਮੁੰਦਰ ਦੇ ਵਿੱਚ ਰਲ ਜਾਂਦੀ, ਸਮੁੰਦਰ ਦਾ ਰੂਪ ਧਾਰਨ ਕਰ ਜਾਂਦੀ ਆ। ਪਰ ਇੱਥੇ ਪਰਮਾਤਮਾ ਬੂੰਦ ਦੇ ਵਿੱਚ ਦਾਖਲ ਹੁੰਦਾ ਹੈ, ਤਾਂ ਫਿਰ ਜਿਹੜੀ ਬੂੰਦ ਹੈ ਉਹ ਪਰਮੇਸ਼ਰ ਦਾ ਰੂਪ, ਕਿਉਂਕਿ ਇੱਥੇ ਉਲਟ ਗੰਗਾ ਹੈ, ਉਲਟੀ ਗੰਗ ਸਮੁੰਦ ਸਮਾਵੇ, ਕਿ ਉਹ ਉਲਟੀ ਗੰਗਾ ਦੇ ਵਿੱਚ ਸਮੁੰਦਰ ਸਮਾਉਂਦਾ ਹੈ। ਇਹ ਗੱਲ ਦੇ ਰਾਜ ਭਜਨ ਦੇ ਵਿੱਚ ਖੁੱਲ੍ਹਦੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕੋ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।